ਨਮਸਕਾਰ, ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਤੁਹਾਨੂੰ ਸਾਡੇ ਭਾਈ ਜੀ ਨੇ ਦੱਸਿਆ ਕਿ ਅਵਿਅਕਤ ਕੀ ਹੁੰਦਾ, ਸਮ੍ਰਿਤੀ 'ਚ ਲੈ ਕੇ ਆਉਂਦੇ ਹਾਂ ਤਾਂ ਆਪਣੇ ਜੀਵਨ ਨੂੰ ਸਫਲ ਵੀ ਕਰਦੇ ਹਾਂ। ਅੱਜ ਅਸੀਂ ਕੁਝ ਹੋਰ ਪ੍ਰਸ਼ਨ ਲੈ ਕੇ ਆਏ ਹਾਂ ਅਤੇ ਸੁਣਦੇ ਹਾਂ ਭਾਈ ਦੇ ਮੁਖ ਦੁਆਰਾ। ਆਈਏ ਸਵਾਗਤ ਕਰਦੇ ਹਾਂ ਭਾਈ ਦਾ। ਭਾਈ ਜੀ ਓਮ ਸ਼ਾਂਤੀ। ਬਹੁਤ ਬਹੁਤ ਧੰਨਵਾਦ ਜੀ। ਅੱਜ ਦੀ ਮੁਰਲੀ ਦੇ ਪ੍ਰਸ਼ਨ ਹੈ, ਹਾਂਜੀ, ਉਹ 'ਚ ਹੈ ਮਹਿਮਾ ਸੁਣਨਾ ਛੋੜੋ ਮਹਾਨ ਬਣੋ। ਇਹਦਾ ਇੱਕ ਟਾਈਟਲ ਹੈ। ਅਵਿਅਕਤ ਸਥਿਤੀ 'ਚ ਜਿਹੜੇ ਸਥਿਤ ਹੋ ਕੇ ਅਸੀਂ ਕਰਮ ਕਰਦੇ, ਉਹਦਾ ਕੀ ਅਰਥ ਹੋ ਸਕਦਾ? ਮਤਲਬ ਕਿਆ ਆਪਣੇ ਜੀਵਨ 'ਚ ਉਹਨੂੰ ਸਥਿਤ ਕਰੀਏ ਅਸੀਂ? ਅਗਰ ਕਰਮ ਕਰਨਾ ਔਰ ਉਸ ਵੇਲੇ ਅਵਿਅਕਤ ਸਥਿਤੀ ਰੱਖਣੀ ਹੈ ਤੇ ਇਹ ਇੱਕ ਆਪਣੇ ਮਨ 'ਚ ਪਹਿਲੇ ਤੋਂ ਸੰਕਲਪ ਕਰਨਾ ਪੈਂਦਾ ਹੈ। ਅਗਰ ਤੁਸੀਂ ਕਾਰ ਡਰਾਈਵਿੰਗ ਜਾਣਦੇ ਹੋ ਜੀ, ਤੇ ਜਦੋਂ ਕਾਰ ਡਰਾਈਵ ਕਰੀਦੀ ਹੈ, ਸ਼ੁਰੂ 'ਚ ਥੋੜ੍ਹਾ ਗੇਅਰ ਵਗੈਰਾ ਚੇਂਜ ਕਰਨੇ ਪੈਂਦੇ ਹੈ ਜੀ, ਤੇ ਬੜਾ ਅਟੈਂਸ਼ਨ ਸਾਹਮਣੇ ਰੱਖਣਾ ਪੈਂਦਾ ਹੈ। ਔਰ ਜਦੋਂ ਗੱਡੀ ਆਪਣੇ ਰਸਤੇ 'ਚ ਚੱਲ ਰਹੀ ਹੈ, ਜੀ, ਅੱਛੀ ਸਪੀਡ 'ਤੇ ਚੱਲ ਰਹੀ ਹੈ ਔਰ ਕੋਈ ਰੁਕਾਵਟ ਨਹੀਂ ਆ ਰਹੀ ਹੈ, ਤੇ ਤੁਸੀਂ ਦੇਖਣਗੇ ਹੋ ਕਿ ਉਸ ਵੇਲੇ ਗੱਡੀ ਵੀ ਚੱਲ ਰਹੀ ਹੈ, ਤੁਹਾਡਾ ਰਸਤੇ 'ਤੇ ਧਿਆਨ ਵੀ ਹੈ, ਕੋਈ ਅੱਗੇ ਨਾ ਆ ਜਾਏ ਔਰ ਕੋਈ ਉੱਚਾਈ ਨੀਚਾਈ ਆਏਗੀ ਤੇ ਉਸ ਵੇਲੇ ਤੁਸੀਂ ਬ੍ਰੇਕ ਲਗਾ ਕਰਕੇ ਸਲੋ ਡਾਊਨ ਕਰਨਗੇ ਹੋ। ਜੀ। ਲੇਕਿਨ ਤੁਹਾਡੇ ਮਨ ਨੂੰ ਉਸ ਵੇਲੇ ਪੂਰੀ ਫਰੀਡਮ ਹੈਗੀ ਹੈ, ਜਿੱਧਰ ਜੋ ਕੁਝ ਸੋਚਣਾ ਚਾਹੋ ਉਹ ਸੋਚ ਸਕਦੇ ਹੋ। ਔਰ ਦੇਖਿਆ ਗਿਆ ਹੈ ਕਿ ਜੋ ਗਿਆਨਵਾਨ ਆਤਮਾ ਹੈਗੇ, ਜਿਨ੍ਹਾਂ ਨੇ ਈਸ਼ਵਰੀ ਗਿਆਨ ਸੁਣਿਆ ਹੋਇਆ, ਧਾਰਨ ਕੀਤਾ ਹੋਇਆ, ਤੇ ਉਹਨਾਂ ਨੂੰ ਹੋਰ ਕੁਝ ਕਰਨ ਦੀ ਬਜਾਏ ਇਹੀ ਮਨ ਚਾਹੁੰਦਾ ਹੀ ਕਿ ਇਹ ਸਭ ਤੋਂ ਅੱਛਾ ਟਾਈਮ ਹੈ, ਮੈਂ ਆਪਣਾ ਮਨ ਸ਼ਿਵ ਬਾਬਾ ਦੇ ਨਾਲ ਲਗਾਵਾਂ, ਸ਼ਿਵ ਬਾਬਾ ਨੂੰ ਆਪਣੇ ਕੋਲ ਬੁਲਾ ਲਾਂ, ਸ਼ਿਵ ਬਾਬਾ ਮੇਰੇ ਨਾਲ ਡਰਾਈਵਿੰਗ ਕਰੇ ਸਾਥ ਸਾਥ। ਇਤਨੀ ਸਮੀਪਤਾ ਦਾ ਉਸ ਵੇਲੇ ਸੰਕਲਪ ਜਦੋਂ ਕਰੀਦਾ ਤੇ ਤੁਹਾਡੀ ਡਰਾਈਵਿੰਗ ਵੀ ਐਕੂਰੇਟ ਰਹੇਗੀ, ਜੀ, ਕੋਈ ਦੁਰਘਟਨਾ ਨਹੀਂ ਹੋਏਗੀ, ਕੁਛ ਨਹੀਂ ਹੋਏਗਾ, ਔਰ ਤੁਸੀਂ ਬੜੇ ਆਰਾਮ ਨਾਲ ਆਪਣੀ ਗੱਡੀ ਚਲਾਉਂਦੇ ਜਿੱਥੇ ਤੁਸੀਂ ਪਹੁੰਚਣਾ ਮੰਜ਼ਿਲ 'ਤੇ ਪਹੁੰਚ ਜਾਣਗੇ ਹੋ ਔਰ ਬਾਬੇ ਨੂੰ ਦਿਲੋਂ ਸ਼ੁਕਰੀਆ ਅਦਾ ਕਰਨਗੇ ਹੋ, ਬਾਬਾ ਤੁਸੀਂ ਮੇਰਾ ਇਤਨਾ ਧਿਆਨ ਰੱਖਿਆ ਕਿ ਬਿਲਕੁਲ ਸੇਫਟੀ ਨਾਲ ਆਪਣੀ ਮੰਜ਼ਿਲ 'ਤੇ ਮੈਨੂੰ ਪਹੁੰਚਾ ਦਿੱਤਾ। ਈਮੇਲ ਆਇਆ, ਇੱਕ ਕੁੜੀ ਬੋਲਦੀ ਕਿ ਮੈਂ ਸਾਹਮਣਾ ਕਰਨੇ ਦੀ ਸ਼ਕਤੀ ਨਹੀਂ ਕਰ ਸਕਦੀ। ਇਹ 'ਚ ਵਾਸਤੇ ਮੈਂ ਕਿਹੜੀ ਸ਼ਕਤੀ ਜੇ ਉਹ ਮੈਂ ਆਪਣੇ ਜੀਵਨ 'ਚ ਲੈ ਕੇ ਆਵਾਂ? ਪਹਿਲੇ ਤਾਂ ਆਪਣੇ ਆਪ ਨੂੰ ਪਹਿਚਾਨੇ ਜੀ ਕਿ ਮੈਂ ਸ਼ਿਵ ਬਾਬਾ ਦੀ ਬੱਚੀ ਵੀ ਹੈਗੀ ਜੀ ਔਰ ਸ਼ਿਵ ਸ਼ਕਤੀ ਵੀ ਹੈਗੀ ਜੀ। ਆਪਣੇ ਆਪ ਨੂੰ ਸ਼ਿਵ ਸ਼ਕਤੀ ਸਮਝਣਗੇ ਤੇ ਸ਼ਿਵ ਬਾਬਾ ਔਰ ਸ਼ਕਤੀ ਦੋਨੋਂ ਜਦੋਂ ਸਾਥ ਹੋਣਗੇ ਤੇ ਫਿਰ ਉਹ ਸ਼ਕਤੀ ਸਰੂਪਾ ਬਣ ਜਾਏਗੀ। ਤੇ ਸ਼ਕਤੀ ਸਰੂਪਾ ਦੇ ਸਾਹਮਣੇ ਤੇ ਵੈਸੇ ਹੀ ਕੋਈ ਵੀ ਆਏਗਾ ਤੇ ਉਹਨੂੰ ਉਹ ਅਨੁਭਵ ਹੋਏਗਾ ਕਿ ਇਹ ਤੇ ਬੜੀ ਸ਼ਕਤੀਸ਼ਾਲੀ ਆਤਮਾ ਹੈਗੀ ਹੈ। ਔਰ ਫਿਰ ਕੋਈ ਵੀ ਗੱਲ ਆਉਂਦੀ ਹੈ ਤਾਂ ਕੋਈ ਸਥੂਲ ਕੋਈ ਲੜਾਈ ਨਹੀਂ ਕਰਨੀ ਹੈ, ਸਥੂਲ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਹੀ, ਲੇਕਿਨ ਗਿਆਨਵਾਨ ਹੋ ਕਰਕੇ, ਯੋਗ ਯੁਕਤ ਹੋ ਕਰਕੇ ਔਰ ਬੜੇ ਨਮਰਤਾ ਨਾਲ, ਬੜੀ ਰਿਸਪੈਕਟ ਨਾਲ, ਬੜੇ ਪਿਆਰ ਨਾਲ ਆਪਣੀ ਗੱਲ ਕਹਿਣੀ ਹੈ ਤੇ ਦੂਸਰਾ ਵਿਅਕਤੀ ਤੁਹਾਡੀ ਗੱਲ ਮੰਨੇਗਾ, ਸੁਣੇਗਾ ਔਰ ਉਹ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਧਾਰਨਾ 'ਚ ਕਿਤਨੀ ਸ਼ਕਤੀ ਹੈਗੀ ਹੈ ਔਰ ਉਹਦੇ ਕਾਰਨ ਤੁਸੀਂ ਸ਼ਕਤੀ ਸਰੂਪਾ ਬਣ ਜਾਣਗੇ। ਜੀ ਬਾਬਾ ਕਦ ਮੁਰਲੀ 'ਚ ਬੋਲਦੇ ਸੁਧ ਇੱਛਾ ਜਾਂ ਫਿਰ ਸ਼ੁੱਧ ਕਾਮਨਾ ਕਰਨੇ ਨੂੰ ਬੋਲਦੇ, ਇਹ ਕੀ ਹੁੰਦਾ? ਸ਼ੁਭ ਔਰ ਸ਼ੁੱਧ। ਜੀ।
शुभ शुभ इच्छा, जी। माना इच्छा तो सब कोई रखते, लेकिन शुभ इच्छा माना ऐसी इच्छा जिससे कल्याण हो, अपना भी कल्याण हो, दूसरों का भी कल्याण हो। ऐसी इच्छा नहीं कि जिसमें मेरा तो हो जाए फ़ायदा और दूसरे का बेचारे का नुकसान हो जाए, वो कोई शुभ इच्छा नहीं होगी। जी। तो ये बहुत ध्यान रखना पड़ता है कि मैं ऐसा कोई कार्य ना करूं जिसमें किसी दूसरे का नुकसान हो। वो मेरे को इस तरह का पार्ट नहीं बजाना है। क्यों? इस वेले पुरुषोत्तम संगम युग ते ਅਸੀਂ ਕਲਿਆਣਕਾਰੀ ਬਾਪ ਦੇ ਬੱਚੇ ਹੈਗੇ, ਮਾਸਟਰ ਕਲਿਆਣਕਾਰੀ ਹੈਗੇ, ਤੇ ਅਸੀਂ ਹਰ ਕੋਈ ਗੱਲ ਇਸ ਭਾਵਨਾ ਨਾਲ ਕਰਨੀ ਹੈ ਕਿ ਅਸੀਂ ਸੋ ਵੀ ਕਲਿਆਣ ਹੋਏ, ਦੂਸਰੇ ਦਾ ਵੀ ਕਲਿਆਣ ਹੋਏ, ਵਿਸ਼ਵ ਦਾ ਵੀ ਕਲਿਆਣ ਹੋਏ। ਜੀ ਜੀ। ਕਦੇ ਕਦੇ ਇੱਦਾਂ ਹੁੰਦਾ ਕਿ ਅਸੀਂ ਕੋਈ ਕੰਮ ਕਰਦੇ, ਬਹੁਤ ਸੋਹਣਾ ਕੰਮ ਕਰ ਲੈਂਦੇ, ਤਾਂ ਸਾਡੀ ਮਹਿਮਾ ਹੁੰਦੀ, ਉਹ 'ਚ ਸਾਨੂੰ ਦੇਹ ਭਾਨ ਆ ਜਾਂਦਾ ਬਹੁਤ ਜ਼ਿਆਦਾ। ਲੇਕਿਨ ਦੇਹ ਭਾਨ ਹੋਣੇ ਹੁੰਦੇ ਮੈਨੂੰ ਅਹੰਕਾਰ ਵੀ ਹੋ ਜਾਂਦਾ। ਉਹ ਦੋਨਾਂ ਨੂੰ ਸਥਿਤੀ ਨੂੰ ਇੱਕ ਦੂਰ ਕਰਨ ਵਾਸਤੇ ਮੈਂ ਆਪਣੇ ਆਪ ਨੂੰ ਇਮਰਜ ਵੀ ਕਰਦੀ ਹਾਂ ਕਿ ਨਹੀਂ, ਮੈਨੂੰ ਇੱਦਾਂ ਨਹੀਂ ਸੋਚਣਾ, ਲੇਕਿਨ ਦੁਬਾਰਾ ਉਹ ਹੋ ਜਾਂਦਾ। ਉਹਨੂੰ ਬੈਲੈਂਸ ਕਰਨ ਵਾਸਤੇ ਸਾਨੂੰ ਬਾਰ-ਬਾਰ ਕੀ ਇਮਰਜ ਕਰਨਾ ਚਾਹੀਦਾ? ਬੜੀ ਸਿੱਧੀ ਜੀ ਗੱਲ ਹੈ ਜੀ। ਤੁਸੀਂ ਜਾਣਦੇ ਹੋ ਕਿਹਦੀ ਸੇਵਾ 'ਚ ਜਾ ਰਹੇ ਹੋ। ਜੀ। ਤੁਸੀਂ ਆਪਣੀ ਕੋਈ ਮਹਿਮਾ ਵਾਸਤੇ ਥੋੜ੍ਹਾ ਜਾ ਰਹੇ ਹੋ, ਤੁਸੀਂ ਤੇ ਕਿਸੇ ਦੇ ਕਲਿਆਣ ਵਾਸਤੇ ਜਾ ਰਹੇ ਹੋ। ਜੀ। ਅਗਰ ਤੁਹਾਡਾ ਲੈਕਚਰ ਹੈਗਾ, ਕਿਤੇ ਸਭਾ ਬੈਠੀ ਹੋਈ ਹੈ, ਤੇ ਤੁਹਾਡੇ ਮਨ 'ਚ ਕੀ ਹੈਗਾ ਕਿ ਇਤਨੇ ਸਾਰੇ ਬਾਬਾ ਦੇ ਬੱਚੇ, ਅਗਰ ਇਹ ਬਾਬਾ ਨੂੰ ਪਹਿਚਾਨ ਹੋ ਜਾਏ ਇਹਨਾਂ ਨੂੰ ਬਾਬਾ ਦੀ, ਔਰ ਉਹਨਾਂ ਦੇ ਨਾਲ ਇਹਨਾਂ ਦਾ ਮਨ ਲੱਗ ਜਾਏ, ਤਾਂ ਇਹਨਾਂ ਨੂੰ ਕਿਤਨਾ ਜੀਵਨ 'ਚ परिवर्तन हो जाएगा, कितना जीवन पवित्र बन जाएगा, कितना पर्सनल लाइफ च कितने सुखी रहेंगे, परिवारिक जीवन च कितना सुख आ जाएगा, घर स्वर्ग बन जाएगा। तो जदों ये सोचीदा ना, तो फिर सानू नहीं ਉਹਦਾ कोई गर्व आउंदा, वो की कहंदे ਉਹਨੂੰ गौरव आउंदा, ये नहीं, सानू बल्कि दिलों असी थैंक्स दिन्ने हैं कि इतने भाई भैन सामने आके बैठे है, तो उन्होंने निमित्त देखो बाबा ने आकर के मेरे को इतनी अच्छी सेवा कराई, उन्होंने भी थैंक्स, बाबा नू भी थैंक्स। इस तरह करनगे तो तुहानू अभिमान नहीं आएगा, और अभिमान कोई अच्छी चीज़ नहीं होंदी है। अभिमान तुसी इंग्लिश जानते हो, प्राइड है थे फॉल। जो अभिमान करते हैं वो फिर नीचे ही गिरते हैं। तो असी तो बई उड़दी कला च जाना ही, ये ज़रा सोच के चलो। तो उड़दी कला च जाने वास्ते अभिमान का टोकरा सिर ते नहीं रखना बस। जी भाजी, त्याग, तपस्या ते नाले सेवा, इन तीनों का साडे ब्राह्मण जीवन च कितना महत्व है? बाबा ने कहा ही है ना, त्याग, तपस्या, सेवा, तिन्ना दा बड़ा आपस च संबंध हैगा। जदों तुसी जो अननैसेसरी गल्लां हैगियां जी, जिन्हां दा कोई साडे नाल तल्लुक नहीं है, या जिहदे नाल सानू कोई लेना देना नहीं है, कोई फायदा नहीं है, ते ओदा मन तो त्याग करीदा। जो बाबा ने कहा है कि बच्चे पवित्र बनो, योगी बनो, तो उहदे वास्ते ध्यान रखना पैंदा है। अगर असी त्याग नहीं किया, पुरानी जीवन दे जिन्ने भी साडियां कमियां हैगियां, उन्हां नूं असी त्याग नहीं किया, तो नई चीज़ असी किस तरह सीख सकांगे? ते त्याग ये जरूर है कि तपस्या करनगे तां तुहाडा वो त्याग सफल होएगा। नहीं तो अज तुसी कोई गल दा संकल्प करनगे हो कि अज तो मैं ऐ नहीं करांगे जी, और एक दिन वास्ते बड़े खुश रहणगे हो,
ਦੂਜੇ ਦਿਨ ਫਿਰ ਪੁਰਾਣਾ ਸੰਸਕਾਰ ਇਮਰਜ ਹੋ ਜਾਏਗਾ, ਫਿਰ ਕੋਈ ਗੱਲ ਉੱਪਰ ਨੀਚੇ ਗੱਲ ਹੋ ਜਾਏਗੀ। ਤੇ ਉਹ ਨਾ ਹੋਏ ਉਸ ਕਰਕੇ ਤਪੱਸਿਆ ਕਰਨੀ ਪੈਂਦੀ ਹੈ ਜੀ। ਪਹਿਲੇ ਹੈ ਤਿਆਗ ਕਰਨ ਦਾ ਸੰਕਲਪ ਜੀ। ਔਰ ਫਿਰ ਉਹਨੂੰ ਦ੍ਰਿੜ ਕਰਨ ਵਾਸਤੇ ਤਪੱਸਿਆ ਚਾਹੀਦੀ। ਬਾਬਾ ਦੇ ਨਾਲ ਮਨ ਲਗਾ ਕਰਕੇ ਆਪਣੇ ਉੱਪਰ ਬਾਬਾ ਦੀ ਸ਼ਕਤੀ ਦੀ ਕਿਰਨਾਂ ਹਮੇਸ਼ਾ ਪੈਣ, ਤਾਂ ਕਿ ਉਹ ਜਿਹੜੀ ਸਾਡੀ ਕੋਈ ਵੀ ਗੱਲ ਹੈਗੀ ਆ ਉਹ ਸਾਨੂੰ ਦੁਬਾਰਾ ਤੰਗ ਨਾ ਕਰੇ। ਔਰ ਜਦੋਂ ਤੁਸੀਂ ਅਨੁਭਵੀ ਬਣ ਜਾਣਗੇ ਤੇ ਤੁਸੀਂ ਬਿਨਾਂ ਸੇਵਾ ਕੀਤੇ ਰਹਿ ਨਹੀਂ ਸਕਦੇ। ਤੁਹਾਡੇ ਮਨ 'ਚ ਇੱਕ ਹੀ ਗੱਲ ਰਹੇਗੀ, ਮੇਰਾ ਪਲ ਪਲ ਜਿਹੜਾ ਉਹ ਈਸ਼ਵਰੀ ਸੇਵਾ 'ਚ ਜਾਏ। ਕਿਉਂਕਿ ਜੋ ਸੇਵਾ ਕਰ ਰਹੇ ਹੋ ਉਹ ਤੁਸੀਂ ਆਪਣੇ ਵਾਸਤੇ ਨਹੀਂ ਕਰ ਰਹੇ ਹੋ, ਇਹ ਕੋਈ ਲੌਕਿਕ ਸੇਵਾ ਨਹੀਂ ਹੈਗੀ ਹੈ, ਇਹ ਅਲੌਕਿਕ ਸੇਵਾ ਔਰ ਉਸ ਪਿਤਾ ਦੇ, ਪਰਮਾਤਮਾ ਪਿਤਾ ਦੇ, ਵਾਹਿਗੁਰੂ ਦੇ ਕਾਰਨ ਕਰ ਰਹੇ ਹੋ ਔਰ ਉਹਨਾਂ ਦੇ ਵਾਸਤੇ ਕਰ ਰਹੇ ਹੋ। ਇਹ ਤਾਂ ਬੜੀ ਗੌਰਵ ਦੀ ਗੱਲ ਹੈ ਨਾ। ਭਗਵਾਨ ਦੇ ਕੀ ਕਹਿੰਦੇ ਉਹਨੂੰ, ਮਾਨਿੰਦੇ ਬਣ ਕਰਕੇ, ਉਹਨਾਂ ਦੇ ਫਰਿਸ਼ਤੇ ਬਣ ਕਰਕੇ ਤੁਸੀਂ ਦੂਸਰਿਆਂ ਨੂੰ ਸੰਦੇਸ਼ ਦੇ ਰਹੇ ਹੋ ਜੀ। ਤੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ ਜੀ ਭਾਜੀ, ਕਦੇ ਕਦੇ ਪਰਿਸਥਿਤੀ ਇਹੜੀ ਹੁੰਦੀ ਜੇ ਉਹਨੂੰ ਸੰਭਾਲ ਨਹੀਂ ਸਕਦੇ ਅਸੀਂ, ਕਦੇ ਕਦੇ ਸਮੱਸਿਆ ਵੀ ਆ ਜਾਂਦੀ ਤਾਂ ਉਹ 'ਚ ਬਾਬਾ ਬੋਲਦੇ ਬੀਜ ਰੂਪ ਸਥਿਤੀ ਲੈਣੀ ਚਾਹੀਦੀ। ਤਾਂ ਉਹ ਲੰਬੇ ਸਮੇਂ ਤੱਕ ਬੀਜ ਰੂਪ ਸਥਿਤੀ ਕਿੱਦਾਂ ਅਪਣਾਈਏ? ਨਹੀਂ ਭੈਣ, ਅਗਰ ਕੋਈ ਪ੍ਰਸਥਿਤੀ ਤੁਸੀਂ ਨਹੀਂ ਸੰਭਾਲ ਸਕਦੇ ਤੇ ਤੁਹਾਡੇ ਕੋਲੋਂ ਕੋਈ ਜ਼ਿਆਦਾ ਅਨੁਭਵੀ ਵੀ ਹੈਗੇ ਆ ਨਾ ਯੱਗ 'ਚ ਜੀ, ਭੈਣਾਂ ਵੀ ਹੈਗੀਆਂ, ਕੋਈ ਭਾਈ ਵੀ ਹੈਗੇ ਆ। ਤੇ ਇੱਕ ਤੇ ਪਹਿਲੀ ਗੱਲ ਹੈ ਕਿ ਉਹਨਾਂ ਕੋਲੋਂ ਥੋੜ੍ਹਾ ਜਿਹਾ ਰਾਏ ਸਲਾਹ ਕਰਨੀ ਚਾਹੀਦੀ ਕਿ ਇਹ ਪ੍ਰੋਬਲਮ ਮੇਰੇ ਸਾਹਮਣੇ ਹੈ ਔਰ ਮੈਂ ਇਹਦੇ ਵਾਸਤੇ ਇਹੋ ਜਿਹਾ ਕਰ ਰਹੀ, ਲੇਕਿਨ ਅਜੇ ਤਾਈਂ ਇਹਦੇ 'ਚ ਸਫਲਤਾ ਨਹੀਂ ਮਿਲੀ ਹੈ। ਉਹਦੇ ਵਾਸਤੇ ਤੁਹਾਡੀ ਕੋਈ ਰਾਏ ਹੋਏ ਤਾਂ ਦੱਸੋ। ਤਾਂ ਕੋਈ ਹਰਜ ਨਹੀਂ ਉਹਦੇ 'ਚ, ਕਿਸੇ ਸੀਨੀਅਰ ਵਿਅਕਤੀ ਕੋਲੋਂ, ਖਾਸ ਕਰ ਕੋਈ ਵੱਡੀ ਭੈਣਾਂ ਹੈਗੀਆਂ ਹੀ, ਉਹਨਾਂ ਦੇ ਕੋਲੋਂ, ਜਾਂ ਕੋਈ ਵੱਡੇ ਭਾਈ ਹੈਗੇ ਤੁਹਾਡੇ ਸੈਂਟਰ 'ਤੇ, ਉਹਨਾਂ ਦੇ ਕੋਲੋਂ ਰਾਏ ਸਲਾਹ ਕਰਨ 'ਚ ਕੋਈ ਹਰਜ ਨਹੀਂ ਹੈ। ਔਰ ਉਹ ਤੁਹਾਨੂੰ ਕਨਵਿੰਸ ਕਰਨਾ ਹੋਣਾ ਚਾਹੀਦਾ ਉਹਦੇ 'ਚ। ਇਹ ਨਹੀਂ ਕਿ ਕਿਸੇ ਨੇ ਕਹਿ ਦਿੱਤਾ ਹਾਂਜੀ ਹਾਂਜੀ ਕਰ ਦਿੱਤਾ ਔਰ ਬਾਅਦ 'ਚ ਕੁਛ ਕਰ ਹੀ ਨਾ ਸਕੋ। ਜੀ ਜੀ ਜੀ। ਤੁਸੀਂ ਆਪਣੇ ਮਨ 'ਚ ਉਸ ਨੂੰ ਬੜਾ ਕਲੀਅਰ ਕਰੋ ਜੋ ਸਮਝ ਆਈ, ਔਰ ਫਿਰ ਉਸ ਤੋਂ ਬਾਅਦ ਤੁਹਾਡਾ ਮਨ ਬਿਲਕੁਲ ਲਾਈਟ ਹੋ ਜਾਂਦਾ, ਹਲਕਾ ਹੋ ਜਾਂਦਾ। ਅਤੇ ਫਿਰ ਤੁਸੀਂ ਆਪਣੇ ਬੀਜ ਰੂਪ ਸਥਿਤੀ ਦਾ ਸੰਕਲਪ ਕਰੋ। ਬੀਜ ਰੂਪ ਸਥਿਤੀ ਦਾ ਮਤਲਬ ਹੈ ਕਿ ਬੀਜ, ਜਦੋਂ ਤੁਸੀਂ ਦੇਖਦੇ ਹੋ ਨਾ ਬੀਜ, ਤਾਂ ਸਾਰਾ ਵ੍ਰਿਕਸ਼ ਸਾਹਮਣੇ ਆ ਜਾਂਦਾ ਜੀ, ਕਿ ਕਿਸ ਤਰ੍ਹਾਂ ਇਹ ਬੀਜ ਬੋਇਆ ਜਾਂਦਾ, ਫਿਰ ਇਹ ਬੜਾ ਹੁੰਦਾ, ਫਿਰ ਇਹਨੂੰ ਫੂਲ ਲੱਗਦੇ ਨੇ, ਫਿਰ ਫਲ ਲੱਗਦਾ, ਇਹ ਸਭ ਕੁਛ ਆ ਜਾਂਦਾ ਉਹਦੇ 'ਚ। ਅਤੇ ਬੀਜ ਬਹੁਤ ਪਾਵਰਫੁਲ ਹੁੰਦਾ ਜੀ ਉਹ ਜੀ। ਅਤੇ ਇਸ ਕਰਕੇ ਆਤਮਾ ਦਾ ਸਰੂਪ ਜਿਹੜਾ ਹੀ, ਜੋਤੀ ਸਰੂਪ, ਉਹ ਬੀਜ ਦੀ ਤਰ੍ਹਾਂ ਹੀ। ਅਤੇ ਆਪਣੇ ਸੱਤੇ ਸਰੂਪ 'ਚ ਮਨ ਨੂੰ ਟਿਕਾਉਣਾ ਔਰ ਸ਼ਿਵ ਬਾਬਾ ਦੇ ਸਾਹਮਣੇ ਆਪਣੇ ਆਪ ਨੂੰ ਦੇਖਣਾ, ਤੀਸਰੇ ਨੇਤਰ ਨਾਲ, ਬੁੱਧੀ ਦੇ ਨਾਲ, ਦਿਵਯ ਬੁੱਧੀ ਦੇ ਨਾਲ, ਦਿਵਯ ਨੇਤਰ ਦੇ ਨਾਲ ਸਵਯੰ ਨੂੰ ਸ਼ਿਵ ਬਾਬਾ ਦੇ ਸਨਮੁਖ ਵਿਅਕਤ ਕਰਨਾ। ਅਗਰ ਤੁਸੀਂ ਨਿਰਾਕਾਰੀ ਸਟੇਜ 'ਚ ਨਹੀਂ ਕਰ ਸਕਦੇ, ਕੋਈ ਗੱਲ ਨਹੀਂ, ਅਵਿਅਕਤ ਬਾਪ ਦਾਦਾ ਦੇ ਸਾਹਮਣੇ ਤੁਸੀਂ ਵੀ ਫਰਿਸ਼ਤਾ ਬਣ ਕੇ ਸਾਹਮਣੇ ਦੇਖੋ। ਦੇਖਦੇ ਦੇਖਦੇ ਤੁਹਾਡਾ ਬੀਜ ਰੂਪ ਸਟੇਜ ਕੀ ਹੁੰਦੀ ਆ ਉਹਦਾ ਐਕਸਪੀਰੀਅੰਸ ਆ ਜਾਏਗਾ। ਬੀਜ ਰੂਪ ਮਾਨਾ ਵ੍ਰਿਕਸ਼ ਦੇ ਸਾਰੇ ਸੰਸਕਾਰ ਬੀਜ 'ਚ ਆ ਜਾਂਦੇ ਆ।
ਔਰ ਉਸ ਵੇਲੇ ਤੁਹਾਡੀ ਆਪਣੀ ਸਥਿਤੀ ਜਿਹੜੀ ਹੈ ਇਤਨੀ ਪੀਸਫੁਲ ਹੋਏਗੀ ਔਰ ਇਤਨੀ ਸ਼ਕਤੀਸ਼ਾਲੀ ਹੋਏਗੀ। ਇਸ ਕਰਕੇ ਬੀਜ ਰੂਪ ਕਿਹਾ ਜਾਂਦਾ ਹੈ। ਜੀ ਬਾਬਾ ਅਕਸਰ ਬੋਲਦੇ ਕਿ ਰੂਹਾਨੀ ਮੌਜ 'ਚ ਰਹੋ। ਹਾਂ, ਲੇਕਿਨ ਕਦੇ ਕਦੇ ਇੱਦਾਂ ਹੁੰਦਾ ਉਹ ਵੀ ਕਰਨਾ ਉੱਦਾਂ ਕਰਨਾ, ਉੱਥੇ ਜਾਣਾ, ਇਹ ਪਰਿਸਥਿਤੀਆਂ, ਉਹ ਰੂਹਾਨੀ ਮੌਜ 'ਚ ਕਿੱਦਾਂ ਰਹੀਏ ਅਸੀਂ? ਬਾਬਾ ਕਹਿੰਦੇ ਨੇ ਕਿ ਤੁਸੀਂ ਸਾਹਿਬਜ਼ਾਦੀਆਂ ਹੈਗੇ ਹੋ, ਹੋਵਨਹਾਰ ਸ਼ਹਿਜ਼ਾਦੇ ਸ਼ਹਿਜ਼ਾਦੀਆਂ ਹੈਗੇ ਹੋ। ਅਤੇ ਜੇ ਵੱਡੇ ਲੋਕ ਜਿਹੜੇ ਹੁੰਦੇ ਆ ਨਾ, ਉਹ ਆਪਣੀ ਡਾਇਰੀ ਲਿਖਦੇ ਆ, ਆਪਣੇ ਸਾਰੇ ਦਿਨ ਦਾ ਜੋ ਪਲਾਨ ਹੁੰਦਾ ਨੋਟ ਕਰ ਲੈਂਦੇ ਨੇ। ਅਤੇ ਤੁਸੀਂ ਵੀ ਅੰਮ੍ਰਿਤ ਵੇਲਾ ਕਰਕੇ, ਮੁਰਲੀ ਪੜ੍ਹ ਕੇ ਔਰ ਫਿਰ ਥੋੜ੍ਹਾ 5 ਮਿੰਟ ਵਾਸਤੇ ਬੈਠ ਜਾਓ, ਪੈਨ ਔਰ ਕਾਗਜ਼ ਲੈ ਕੇ, ਵੀ ਅੱਜ ਮੈਂ ਕੀ ਕਰਨਾ ਹੈ, ਪ੍ਰਾਇਰਟੀ ਕਿਹੜੀ ਗੱਲ ਦੀ ਹੈ, ਪਹਿਲੇ ਕੀ ਕਰਨਾ ਹੈ, ਫਿਰ ਕੀ ਕਰਨਾ ਹੈ, ਉਹ ਸਾਰਾ ਨੋਟ ਕਰ ਲਓ ਤੁਸੀਂ ਜੀ। ਔਰ ਫਿਰ ਉਹਦੇ ਹਿਸਾਬ ਨਾਲ ਆਪਣੇ ਪ੍ਰੋਗਰਾਮ ਬਣਾ ਲਓ, ਅਤੇ ਤਾਂ ਤੁਹਾਨੂੰ ਇਤਨਾ ਡਿਫੀਕਲਟ ਨਹੀਂ ਲੱਗੇਗਾ। ਇਹ ਮੈਂ ਮੰਨਦਾ ਹੀ, ਅਸੀਂ ਇਸ ਤਰ੍ਹਾਂ ਕਰਦੇ ਰਹੇ ਹਾਂ, ਅਤੇ ਕਈ ਸਾਰਾ ਲਿਖਣ ਤੋਂ ਬਾਅਦ ਵੀ 60% 70% ਕਵਰ ਹੁੰਦਾ ਸੀ, 30-40% ਰਹਿ ਜਾਂਦਾ ਸੀ। ਜੀ ਉਹੀ, ਲੇਕਿਨ ਉਹ ਰਹਿ ਜਾਏਗਾ ਜਿਹੜਾ ਇਤਨਾ ਇੰਪੋਰਟੈਂਟ ਨਹੀਂ ਹੈ। ਜਿਹੜਾ ਇੰਪੋਰਟੈਂਟ ਹੈ, ਬਈ ਤੁਸੀਂ ਕਿਸੇ ਦੀ ਅਪੁਆਇੰਟਮੈਂਟ ਲਈ ਹੋਈ ਹੈ, ਉਹਨੂੰ ਮਿਲਣਾ ਹੀ, ਜਾਂ ਤੁਹਾਡੇ ਕੋਲੋਂ ਕਿਸੇ ਨੇ ਟਾਈਮ ਲਿਆ ਹੋਇਆ ਹੈ, ਅਤੇ ਤੁਸੀਂ ਉਹਦੇ ਵਾਸਤੇ ਆਪਣੇ ਆਪ ਨੂੰ ਬਿਲਕੁਲ ਹੋਰ ਗੱਲਾਂ ਤੋਂ ਫਾਰਗ ਰੱਖਣਗੇ ਜੀ। ਅਗਰ ਤੁਸੀਂ ਉਸ ਵੇਲੇ ਹੋਰ ਕੰਮਾਂ 'ਚ ਹੋਣਗੇ ਅਤੇ ਫਿਰ ਉਸ ਵੇਲੇ ਉਹ ਕੰਮ ਨਹੀਂ ਹੋਣਾ, ਉਹ ਨਹੀਂ, ਦੂਸਰਾ ਵਿਅਕਤੀ ਆ ਕਰਕੇ ਨਿਰਾਸ਼ ਹੋ ਕੇ ਚਲਾ ਜਾਏਗਾ, ਅਤੇ ਨਿਰਾਸ਼ ਕਰਕੇ ਕਿਸੇ ਨੂੰ ਭੇਜਣਾ ਉਹ ਅੱਛੀ ਗੱਲ ਨਹੀਂ ਹੈ ਜੀ। ਬਿਲਕੁਲ ਭਾਜੀ, ਸਕਾਸ਼ ਜਾਂ ਸਰਚ ਲਾਈਟ, ਇਹ ਦੋਨੋਂ ਅਲੱਗ-ਅਲੱਗ ਹੈ ਜਾਂ ਇੱਕੋ ਹੀ ਹੈ? ਦੋਨੋਂ ਸ਼੍ਰੀ ਕ੍ਰਿਸ਼ਨ ਨਾਂ ਔਰ ਮੋਹਨ ਜੀ, ਕਿਹਦਾ ਨਾਂ ਹੈ? ਇੱਕ ਹੀ ਹੈ, ਕ੍ਰਿਸ਼ਨ ਦਾ ਹੀ ਨਾਂ ਹੈ। ਇਸ ਕਰਕੇ ਸਕਾਸ਼ ਵੀ ਉਹਨੂੰ ਹੀ ਕਿਹਾ ਜਾਂਦਾ ਹੈ, ਮਤਲਬ ਰੂਹਾਨੀ ਲਾਈਟ ਔਰ ਮਾਈਟ, ਉਹ ਹੈ ਸਕਾਸ਼। ਅਤੇ ਜਦੋਂ ਆਤਮਾ ਆਪਣੇ ਸਰਵ ਸ਼ਕਤੀ ਸਰੂਪ 'ਚ ਸਥਿਤ ਹੁੰਦੀ ਹੈ, ਸ਼ਿਵ ਬਾਬਾ ਦੇ ਨਾਲ ਮਨ ਲਗਾ ਕਰਕੇ, ਉਸ ਵੇਲੇ ਉਹਦੀ ਜਿਹੜੀ ਵਾਈਬ੍ਰੇਸ਼ਨ ਹੈਗੀ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈਗੀ। ਉਹਨੂੰ ਕਹਿੰਦੇ ਆ ਲਾਈਟ ਔਰ ਮਾਈਟ। ਔਰ ਉਹਦੇ 'ਚ ਵੀ ਇੱਕ ਲਕਸ਼ ਰਹਿੰਦਾ ਹੀ ਕਿ ਤੁਸੀਂ ਕਿਸੇ ਇੰਡੀਵਿਜੂਅਲ ਨੂੰ ਦੇਣਾ ਚਾਹੁੰਦੇ ਹੋ, ਉਹਦੇ 'ਚੋਂ ਤਾਂ ਬਚਣਾ ਚਾਹੀਦਾ। ਸਾਰੇ ਵਿਸ਼ਵ ਨੂੰ, ਗਲੋਬ ਨੂੰ, ਜਿਸ ਤਰ੍ਹਾਂ ਤੁਸੀਂ ਉੱਪਰ ਜਾ ਕਰਕੇ, ਚਾਹੇ ਵਤਨ 'ਚ, ਸੂਖਸ਼ਮ ਵਤਨ 'ਚ, ਚਾਹੇ ਪਰਮਧਾਮ, ਉੱਥੋਂ ਆਪਣੀ ਲਾਈਟ ਔਰ ਮਾਈਟ ਦਿਓ, ਅਤੇ ਉਹਦਾ ਅਸਰ ਵੀ ਹੋਏਗਾ ਔਰ ਤੁਹਾਡੇ ਉੱਪਰ ਉਹਦਾ ਕੋਈ ਨੈਗੇਟਿਵ ਅਸਰ ਨਹੀਂ ਹੋਏਗਾ ਜੀ। ਸਰਚ ਲਾਈਟ ਜਿਹੜੇ ਜਿਸ ਸਮੇਂ ਅਸੀਂ ਦਿੰਦੇ ਵਿਸ਼ਵ ਨੂੰ, ਇੱਕ ਵਿਸ਼ਵ ਦੀ ਆਤਮਾ ਨੂੰ, ਉਹ ਉਸ ਟਾਈਮ ਕੀ ਸਵਮਾਨ ਹੋਣਾ ਚਾਹੀਦਾ ਸਾਡਾ? ਅਲੱਗ-ਅਲੱਗ ਹੋਣੇ ਚਾਹੀਦੇ ਜਾਂ ਇੱਕ ਹੀ ਸਵਮਾਨ ਹੋਣਾ? ਜਿਹੜਾ ਅੱਜ ਕੱਲ੍ਹ ਦਾ ਸਮਾਂ ਚੱਲਿਆ ਵਾ, ਇਸ ਟਾਈਮ ਜੋ ਸਮਾਂ ਚੱਲਿਆ ਵਾ, ਇਸ ਟਾਈਮ ਅਗਰ ਅਸੀਂ ਸਕਾਸ਼ ਦਿੰਦੇ ਹਾਂ ਜਾਂ ਸਰਚ ਲਾਈਟ ਦਿੰਦੇ ਹਾਂ ਆਤਮਾ ਨੂੰ, ਤਾਂ ਕਿਆ ਸਵਮਾਨ ਹੋਣਾ ਚਾਹੀਦਾ? ਸ਼ੁਭ ਭਾਵਨਾ ਚਾਹੀਦੀ ਹੈ ਜੀ, ਕਿ ਸ਼ਿਵ ਬਾਬਾ ਦੇ ਬੱਚੇ ਔਰ ਬ੍ਰਹਮਾ ਬਾਬਾ ਦੇ ਬੱਚੇ, ਜੀਵ ਆਤਮਾ ਜੀ, ਅੱਜ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਕਾਰਨ ਦੁਖੀ ਹੈਗੇ ਹੈ, ਰੋਗੀ ਹੈਗੇ ਹੈ। ਉਹਨਾਂ ਨੂੰ ਅਸੀਂ ਬਾਬਾ ਦੇ ਨਾਲ ਮਨ ਲਗਾ ਕਰਕੇ, ਵਿਸ਼ਵ ਕਲਿਆਣਕਾਰੀ ਬਾਪ ਦੇ ਨਾਲ, ਔਰ ਫਿਰ ਅਸੀਂ ਆਪਣੀ ਕਲਿਆਣ ਦੀ ਭਾਵਨਾ ਜਿਹੜੀ ਹੈ ਜੀ, ਉਹਦੇ ਪ੍ਰਕੰਪਨ
ਭੇਜ ਰਹੇ ਹਾਂ ਕਿ ਇਹ ਸਾਡੇ ਭਾਈ ਭੈਣ ਜਿਹੜੇ ਹੈ ਜਲਦੀ ਤੋਂ ਜਲਦੀ ਅੱਛੇ ਹੋ ਜਾਣ ਔਰ ਇਤਨੇ ਅੱਛੇ ਹੋ ਜਾਣ ਕਿ ਇਹਨਾਂ ਨੂੰ ਵੀ ਅੰਦਰੋਂ ਆਵੇ ਕਿ ਅਸੀਂ ਆਪਣੇ ਜੀਵਨ ਨੂੰ ਸਿਰਫ ਦੁਨਿਆਵੀ ਜੀਵਨ ਨਾ ਬਣਾ ਕੇ ਚੱਲਦੇ ਰਹੀਏ, ਬਲਕਿ ਇਹਦੇ 'ਚ ਕੁਛ ਨਵੀਨਤਾ ਲਾਈਏ। ਔਰ ਨਵੀਨਤਾ ਹੈ ਕਿ ਆਧਿਆਤਮਿਕਤਾ ਨੂੰ ਆਪਣੇ ਜੀਵਨ 'ਚ ਨਾਲ ਜੋੜਨਾ ਸ਼ੁਰੂ ਕਰ ਦੇं। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਗਰ ਆਧਿਆਤਮਿਕਤਾ ਜੀਵਨ 'ਚ ਨਹੀਂ ਹੈਗੀ, ਰੂਹਾਨੀਅਤ ਜੀਵਨ 'ਚ ਨਹੀਂ ਹੈਗੀ, ਤੇ ਫਿਰ ਤੇ ਵਿਅਕਤੀ ਅੰਧਕਾਰ 'ਚ ਹੀ ਰਹਿੰਦਾ ਹੈ, ਠੋਕਰਾਂ ਹੀ ਖਾਂਦਾ ਰਹਿੰਦਾ ਹੈ। ਔਰ ਉਹੀ ਰੂਹਾਨੀਅਤ ਦੇ ਕਾਰਨ ਤੁਸੀਂ ਦੇਖੋ ਸਦਾ ਮੁਸਕਰਾਉਂਦੇ ਰਹਿੰਦੇ ਹੋ, ਮੌਜਾਂ 'ਚ ਰਹਿੰਦੇ ਹੋ ਜੀ। ਸਦਾ ਮੌਜ ਕਰਨੀ ਹੈ, ਮੁਸਕਰਾਉਣਾ ਹੀ, ਖੁਸ਼ ਰਹਿਣਾ ਹੀ, ਤੇ ਫਿਰ ਆਪਣੇ ਜੀਵਨ ਦਾ ਅੰਗ ਬਣਾ ਲਓ ਰੂਹਾਨੀਅਤ ਨੂੰ, ਬਸ। ਭਾਜੀ, ਮੁਰਲੀ ਦੇ ਕੁਐਸਚਨ ਤਾਂ ਮੇਰੇ ਖਤਮ ਹੋ ਗਏ, ਤੇ ਨਾਲੇ ਤੁਹਾਨੂੰ ਇੱਕ ਤੁਹਾਡਾ ਪਰਸਨਲ ਕੁਐਸਚਨ ਪੁੱਛਣਾ ਚਾਹੁੰਦੀ। ਤੁਸੀਂ ਬੋਲਦੇ ਕਿ ਮੈਂ ਨੇਵੀ 'ਚ ਵੀ ਥਾ, ਤਾਂ ਨੇਵੀ 'ਚ ਤੁਹਾਨੂੰ ਇਹ ਗਿਆਨ ਮਿਲਿਆ ਥਾ ਜਾਂ ਨੇਵੀ ਛੱਡਣੇ ਕੇ ਬਾਅਦ ਜਾਂ ਗਿਆਨ ਹੋਣੇ ਤੇ ਬਾਅਦ ਤੁਸੀਂ ਨੇਵੀ ਛੱਡੀ ਥੀ? ਨਹੀਂ, ਮੈਂ ਇੰਡੀਅਨ ਨੇਵੀ 'ਚ ਇਲੈਕਟ੍ਰੋਨਿਕਸ ਇੰਜੀਨੀਅਰ ਬਣਨ ਵਾਸਤੇ ਗਿਆ ਸੀ ਜੀ। ਔਰ ਮੈਂ ਪੂਰਾ 4 ਸਾਲ ਦਾ ਕੋਰਸ ਕਰਕੇ ਇਲੈਕਟ੍ਰੋਨਿਕਸ ਇੰਜੀਨੀਅਰ ਬਣ ਗਿਆ ਸੀ। ਔਰ ਉਸ ਤੋਂ ਬਾਅਦ ਕਿਉਂਕਿ ਇੰਡੀਅਨ ਨੇਵੀ 'ਚ ਜਾਣਾ ਮਾਨਾ ਇੱਕ ਬੌਂਡ ਸਾਈਨ ਕਰਨਾ ਪੈਂਦਾ ਹੈ ਜੀ ਜੀ। ਤੇ ਉਸ ਹਿਸਾਬ ਨਾਲ ਫਿਰ ਅਸੀਂ ਮਤਲਬ ਐਕਟਿਵ ਸਰਵਿਸ 'ਚ ਅਜੇ 1 ਸਾਲ ਵੀ ਨਹੀਂ ਬੀਤਿਆ ਸੀ, 1 ਮਹੀਨਾ ਬੀਤਿਆ ਸੀ। ਅੱਛਾ। ਤੇ ਮੇਰੇ ਇੱਕ ਦੋਸਤ ਨੇ ਦਿੱਲੀ ਤੋਂ ਹੋ ਕੇ ਆਇਆ ਸੀ, ਉਸਨੇ ਆ ਕਰਕੇ ਮੈਨੂੰ ਬ੍ਰਹਮਾ ਕੁਮਾਰੀਜ਼ ਈਸ਼ਵਰੀ ਵਿਸ਼ਵਵਿਦਿਆਲੇ ਦਾ ਪਰਿਚੈ ਦਿੱਤਾ। ਔਰ ਫਿਰ ਅਸੀਂ ਸੈਂਟਰ 'ਤੇ ਗਏ ਜੀ। ਤੁਹਾਡੇ ਵਰਗੀ ਇੱਕ ਬੜੀ ਭੈਣ ਜੀ ਹੈਗੇ ਸੀ, ਉਮਰ ਕੋਈ ਬੜੀ ਨਹੀਂ ਸੀ, ਲੇਕਿਨ ਉਹਨਾਂ ਨੇ ਇਤਨਾ ਪਿਆਰ ਨਾਲ ਸਾਨੂੰ ਗਿਆਨ ਦਿੱਤਾ ਔਰ ਇਤਨਾ ਅੱਛੀ ਤਰ੍ਹਾਂ ਮੈਡੀਟੇਸ਼ਨ ਕਰਾਈ, ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ 13 ਸਾਲ ਦੀ ਉਮਰ ਤੋਂ, ਜਿਹਦੇ 'ਚ ਮੈਨੂੰ ਰੁਚੀ ਹੈਗੀ ਸੀ। ਅੱਛਾ। ਤੇ ਇਹ 20 ਸਾਲ ਦੀ ਉਮਰ 'ਚ ਮਤਲਬ ਮੈਡੀਟੇਸ਼ਨ ਸੈਂਟਰ 'ਤੇ ਅਸੀਂ ਪਹਿਲੀ ਵਾਰ ਕੀਤੀ, ਜਿਸ ਵੇਲੇ ਮਨ 'ਚ ਇਹ ਸੋਚਣ ਵਾਸਤੇ ਭੈਣ ਜੀ ਨੇ ਕਿਹਾ ਕਿ ਮਨ 'ਚ ਸੋਚੋ मैं शुद्ध आत्मा हूँ, शांत स्वरूप हूँ, शांति के सागर से बाबा की संतान हूँ, मैं आत्मा हूँ, मैं शांत स्वरूप हूँ, मैं शांत स्वरूप हूँ। इतना ही रिपीट करना धीरे धीरे, जल्दी जल्दी नहीं, मंत्र नहीं है ये, लेकिन जैसे जैसे बोलो वैसा वैसा स्थित होते जाओ। तो ऐसे हमने 10 मिनट के करीब मेडिटेशन की थी पहली बार, और इतना अच्छा लगा था, मैं क्या बताऊँ आपको। उस समय कोई भी दूसरे विचार नहीं थे, बस ये एक ही विचार। और सामने बहन जी को देखते हुए ऐसे लगता था कोई फरिश्ता सामने बैठा हुआ है, ऐसा वायुमंडल उस समय का था। उसके बाद एक निश्चय हो गया कि जो चीज़ ढूंढ रहे थे वो यहाँ मिलेगी मेरे को। और उस दिन से हम आज दिन तक, 61 वर्ष में कभी अपनी एब्सेंट नहीं लगने दी। जी बिल्कुल। परम पिता परमात्मा दी, वाहेगुरु दी मिठी मिठी संतानों, बाबा ते सब बच्चों नूं बड़े प्यार नाल कहंदे, मेरे नूरे रत्नों, मेरे दिल तख्त नशीन बच्चे, मेरे गले दी माला दे मनके। देखो ना कि किहो जे सुंदर सुंदर सानू शब्द कह करके बाबा सानू इतना प्यार नाल
ਯਾਦ ਪਿਆਰ ਦਿੰਦੇ ਨੇ ਔਰ ਚਾਹੁੰਦੇ ਨੇ ਕਿ ਮੇਰੇ ਬੱਚੇ ਮੇਰੇ ਸ਼ੀਆਂ ਖੁੱਲੇ ਬੋਲਤੇ ਆ, ਮਤਲਬ ਸ਼ੇਰ ਦੀ ਸਵਾਰੀ ਕਰਨ। ਤੁਸੀਂ ਦੇਖਣਗੇ ਉਹ ਰਾਜੇ ਮਹਾਰਾਜਿਆਂ ਦਾ ਜਿਹੜਾ ਸਿੰਘਾਸਨ ਹੁੰਦਾ ਜੀ, ਤੇ ਉਹਦੇ 'ਚ ਉੱਥੇ ਸ਼ੇਰਾਂ ਦਾ ਖਾਸ ਉਹ ਸਿੰਘਾਸਨ ਬਣਾਉਂਦੇ ਨੇ। ਸ਼ੇਰ ਦੋਨੋਂ ਤਰਫ ਹੋਣਗੇ। ਹੈ ਤੇ ਉਹ ਸਿੰਬੋਲਿਕ, ਲੇਕਿਨ ਕਹਿਣ ਦਾ ਭਾਵ ਇਹ ਹੈ ਕਿ ਸ਼ੇਰ ਕਦੀ ਡਰਦਾ ਨਹੀਂ ਹੈ। ਜੰਗਲ 'ਚ ਅਕੇਲਾ ਵੀ ਰਹੇਗਾ, ਅੰਧੇਰੇ 'ਚ ਵੀ ਰਹੇਗਾ, ਬਾਰਿਸ਼ 'ਚ ਵੀ ਰਹੇਗਾ, ਗਰਮੀ 'ਚ ਵੀ ਰਹੇਗਾ, ਲੇਕਿਨ ਕਦੀ ਡਰੇਗਾ ਨਹੀਂ। ਔਰ ਦੂਸਰਾ ਸ਼ੇਰ ਦੀ ਵਿਸ਼ੇਸ਼ਤਾ ਹੈ, ਜਦੋਂ ਤਾਈਂ ਉਸ ਨੂੰ ਕੋਈ ਛੇੜੇ ਨਹੀਂ, ਉਹ ਕਿਸੇ ਨੂੰ ਛੇੜਦਾ ਨਹੀਂ। ਇਸ ਕਰਕੇ ਬਾਬਾ ਤੋਂ ਇਹੀ ਸਿੱਖਦੇ ਆ ਕਿ ਅਸੀਂ ਆਪਣੇ ਆਪ ਨੂੰ ਇਤਨਾ ਸਾਵਧਾਨੀ ਨਾਲ ਚਲਾਈਏ ਕਿ ਸਾਡੇ ਕੋਲੋਂ ਕੋਈ ਦੁਖੀ ਨਾ ਹੋਏ, ਨਾਰਾਜ਼ ਨਾ ਹੋਏ, ਕਿਸੇ ਨੂੰ ਅਸੀਂ ਸੰਕਲਪ ਤੋਂ ਵੀ ਕਦੀ ਦੁੱਖ ਨਾ ਦੇਈਏ। ਤੇ ਫਿਰ ਉਹਦੇ ਵਾਸਤੇ ਹੀ ਬਾਬਾ ਨੇ ਕਿਹਾ, ਸੁਖ ਦੋ ਔਰ ਸੁਖ ਲੋ, ਨਾ ਦੁੱਖ ਦੋ ਨਾ ਦੁੱਖ ਲੋ। ਅੱਜ ਦੀ ਦੁਨੀਆ 'ਚ ਇੱਕ ਦੋ ਨੂੰ ਜਿਹੜਾ ਤੰਗ ਕਰਦੇ ਨੇ ਨਾ, ਉਹ ਅੱਛਾ ਨਹੀਂ ਲੱਗਦਾ। ਇਸ ਕਰਕੇ ਰੂਹਾਨੀਅਤ ਦੀ ਜਿਹੜੀ ਝਲਕ ਹੈ ਉਹ ਹੈ ਹੀ ਇਹਦੇ ਵਿੱਚ ਕਿ ਤੁਸੀਂ ਹਰ ਇੱਕ ਨੂੰ ਆਪਣਾ ਰੂਹਾਨੀ ਭਾਈ, ਆਪਣੀ ਰੂਹਾਨੀ ਭੈਣ ਸਮਝ ਕਰਕੇ ਬੜੇ ਆਦਰ ਭਾਵ ਨਾਲ, ਬੜੇ ਪਿਆਰ ਨਾਲ, ਬੜੀ ਉੱਚ ਨਜ਼ਰ ਨਾਲ ਹਰ ਇੱਕ ਦੇ ਨਾਲ ਵਾਰਤਾਲਾਪ ਕਰੋ। ਤੇ ਫਿਰ ਦੇਖੋ ਤੁਹਾਡਾ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ। ਸਾਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਜਾਏਗਾ ਕਿ ਜੀਵਨ ਹੋਏ ਤੇ ਇਹੋ ਜਿਹੀ ਹੋਏ। ਓਮ ਸ਼ਾਂਤੀ।